ਵਾਹਿਗੁਰੂ ਜੀ। ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ। ਸਚ ਮੰਗਲ ਗਾਵੋ ਤਾਂ ਪ੍ਰਭ ਭਾਵੋ। ਸੋਹਿਲੜਾ ਜੁਗ ਚਾਰੇ, ਆਪਣੇ ਘਰ ਆਇਆ ਥਾਨ ਸੁਹਾਇਆ। ਕਾਰਜ ਸ਼ਬਦ ਸਵਾਰੇ, ਗਿਆਨ ਮਹਾਰਸ ਨੇਤਰੀ ਅੰਜਨ। ਤ੍ਰਿਭਵਨ ਰੂਪ ਦਿਖਾਇਆ, ਸਖੀ ਮਿਲੋ ਰਸ ਮੰਗਲ ਗਾਵੋ। ਹਮ ਘਰ ਸਾਜਨ ਆਇਆ, ਸਖੀ ਮਿਲੋ ਰਸ ਮੰਗਲ ਗਾਵੋ। ਹਮ ਘਰ ਸਾਜਨ ਆਇਆ। ਸਾਹਿਬ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਗਏ ਸ਼ੰਤ ਦੇ ਵਿੱਚੋਂ ਆਪ ਜੀ ਨੇ ਦੂਸਰੇ ਬੰਦ ਦਾ ਪਾਠ ਸ਼ਰਵਣ ਕੀਤਾ ਹੈ। ਜਿਸ ਬਚਨ ਦਾ ਪਾਠ ਆਪ ਜੀ ਨੇ ਸੁਣਨਾ ਕੀਤਾ ਹੈ, ਇਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ 764 ਤੇ ਸੁਭਾਇਮਾਨ ਹੈ। ਇਸ ਮੁਕੰਮਲ ਸ਼ੰਤ ਦੇ ਅੰਦਰ 4 ਬੰਦ ਹਨ। ਪਹਿਲੇ ਬੰਦ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਸੀ। ਅੱਜ ਦੇ ਦੀਵਾਨ ਅੰਦਰ ਦੂਸਰੇ ਬੰਦ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿਹਰ-ਰਹਿਮਤ ਅਤੇ ਬਖਸ਼ਿਸ਼ ਦਾ ਸਦਕਾ ਅਸੀਂ ਵਿਚਾਰਾਂਗੇ। ਵਿਚਾਰ ਆਰੰਭ ਕਰੀਏ ਇਸ ਤੋਂ ਪਹਿਲਾਂ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੇ ਇਸ ਪਾਵਨ ਵਚਨ ਦੇ ਅੰਦਰ ਇੱਕ ਸੰਸਾਰਕ ਉਦਾਹਰਣ ਦੇ ਦੁਆਰਾ ਗੁਰਮਤਿ ਦਾ ਪਾਕ ਅਤੇ ਪਵਿੱਤਰ ਸੁਨੇਹਾ ਸਾਡੇ ਤੱਕ ਪਹੁੰਚਦਾ ਕਰ ਰਹੇ ਹਨ। ਜਿਵੇਂ ਸਾਡੇ ਘਰੇ ਕੋਈ ਅਤ ਸਨੇਹੀ ਪਿਆਰ ਕਰਨ ਵਾਲਾ ਰਿਸ਼ਤੇਦਾਰ ਆਏ
ਤੇ ਅਸੀਂ ਉਸ ਦੀ ਆਓ ਭਗਤ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੇ। ਉਸ ਦੇ ਬੈਠਣ ਲਈ ਵਧੀਆ ਜਗ੍ਹਾ ਤਿਆਰ ਕਰਦੇ ਹਾਂ। ਉਸ ਦੇ ਖਾਣ ਪੀਣ ਦੇ ਲਈ ਵਧੀਆ ਪਦਾਰਥ ਤਿਆਰ ਕੀਤੇ ਜਾਂਦੇ ਹਨ। ਉਸ ਪਾਸ ਬੈਠ ਕੇ ਗੱਲਬਾਤ ਦਿਲਾਂ ਦੀ ਸਾਂਝੀ ਕੀਤੀ ਜਾਂਦੀ ਹੈ। ਭਾਵ ਹਰ ਇੱਕ ਪੱਖ ਤੋਂ ਆਪਣਾ ਪਿਆਰ, ਆਪਣੀ ਮੁਹੱਬਤ, ਆਪਣੱਤ ਉਹਦੇ ਨਾਲ ਸਾਂਝਾ ਕੀਤਾ ਜਾਂਦਾ ਹੈ। ਸਤਿਗੁਰੂ ਜੀ ਉਸ ਮਾਹੌਲ ਦਾ ਜ਼ਿਕਰ ਕਰਦਿਆਂ ਹੋਇਆਂ ਬਚਨ ਕਰਦੇ ਹਨ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਸਚ ਮੰਗਲ ਗਾਵੋ ਤਾਂ ਪ੍ਰਭ ਭਾਵੋ, ਸੋਹਿ ਲੜਾ ਜੁਗ ਚਾਰੇ। ਆਵੋ ਮੀਤ ਪਿਆਰੇ, ਹੇ ਮੇਰੇ ਪਿਆਰੇ ਮਿੱਤਰੋ, ਤੁਸੀਂ ਮੇਰੇ ਪਾਸ ਆਵੋ। ਮੰਗਲ ਗਾਵੋ ਨਾਰੇ, ਮੰਗਲ, ਮੰਗਲ ਕਹਿੰਦੇ ਹਨ ਖੁਸ਼ੀ ਦੇ ਗੀਤ ਨੂੰ। ਵਿਦਵਾਨ ਸੱਜਣਾ ਨੇ ਗ੍ਰੰਥਾਂ ਦੇ ਮੁੱਢ ਵਿੱਚ ਲਿਖੇ ਗਏ ਮੰਤਰਾਂ ਨੂੰ ਵੀ ਮੰਗਲ ਆਖਿਆ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਮੁੱਢ ਮੂਲ ਮੰਤਰ ਹੈ। ਇਸ ਮੂਲ ਮੰਤਰ ਨੂੰ ਵੀ ਅਸੀਂ ਮੰਗਲ ਆਖਦੇ ਹਾਂ। ਮੰਗਲ ਤੋਂ ਹੀ ਮੰਗਲਾਚਾਰ ਸ਼ਬਦ ਬਣਿਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਹਨ, ਹੇ ਮਿੱਤਰ ਪਿਆਰਿਓ, ਮੇਰੇ ਪਾਸ ਆਵੋ ਤੇ ਆਪਾਂ ਸਾਰੇ ਮਿਲ ਕੇ ਖੁਸ਼ੀ ਦੇ ਗੀਤ ਗਾਈਏ। ਮੰਗਲ ਗਾਵੋ ਨਾਰੇ, ਸਚ ਮੰਗਲ ਗਾਵੋ ਤਾਂ ਪ੍ਰਭ ਭਾਵੋ, ਸਚ ਮੰਗਲ ਗਾਵੋ। ਸੱਚੇ ਵਾਹਿਗੁਰੂ ਦੇ ਖੁਸ਼ੀ ਦੇ ਗੀਤ ਗਾਵੋ ਤਾਂ ਪ੍ਰਭ ਭਾਵੋ, ਤਾਂ ਹੀ ਤੁਸੀਂ ਉਸ ਨੂੰ ਚੰਗੇ ਲੱਗੋਗੇ। ਭਾਵ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਸੁਨੇਹਾ ਸਾਡੇ ਤੱਕ ਪੁੱਜਦਾ ਕੀਤਾ ਹੈ ਕਿ ਭਾਈ ਇਕੱਠੇ ਬੈਠੋ, ਇਕੱਠੇ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੇ ਖੁਸ਼ੀ ਦੇ ਗੀਤ ਗਾਵੋ। ਜੇ ਇਹ ਕਰਮ ਦ੍ਰਿੜ ਕਰੋਗੇ ਤਾਂ ਵਾਹਿਗੁਰੂ ਪਰਮੇਸ਼ਰ ਨੂੰ ਤੁਸੀਂ ਚੰਗੇ ਲੱਗੋਗੇ। ਦੁਬਾਰਾ ਫਿਰ ਬਚਨ ਸ਼ਰਵਣ ਕਰ ਲੈਣਾ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਸਚ ਮੰਗਲ ਗਾਵੋ ਤਾਂ ਪ੍ਰਭ ਭਾਵੋ, ਤਾਂ ਹੀ ਉਸ ਵਾਹਿਗੁਰੂ ਨੂੰ ਭਾਵੋਗੇ, ਚੰਗੇ ਲੱਗੋਗੇ। ਜੇ ਇਕੱਠੇ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੇ ਖੁਸ਼ੀ ਦੇ ਗੀਤ ਗਾਵੋਗੇ। ਪਵਿੱਤਰ ਬਾਣੀ ਦੇ ਅੰਦਰ ਜਦੋਂ ਅਸੀਂ ਪਵਿੱਤਰ ਬਾਣੀ ਨੂੰ ਪੜ੍ਹਦੇ ਹਾਂ ਤੇ ਇਹ ਖਿਆਲ ਸਤਿਗੁਰੂ ਜੀ ਨੇ ਦਿੱਤਾ ਹੈ ਕਿ ਪਰਮੇਸ਼ਰ ਦੇ ਖੁਸ਼ੀ ਦੇ ਗੀਤ, ਭਾਵ ਉਸ ਦੇ ਗੁਣ, ਵਾਹਿਗੁਰੂ ਦੇ ਗੁਣਾਂ ਨੂੰ ਹੀ ਉਸ ਦੇ ਗੀਤ ਆਖਿਆ। ਜੋ ਸਤਿਗੁਰੂ ਜੀ ਮੰਗਲ ਦਾ ਜ਼ਿਕਰ ਕਰ ਰਹੇ ਨੇ, ਗੀਤ ਦਾ ਜ਼ਿਕਰ ਕਰ ਰਹੇ ਨੇ, ਇਸ ਤੋਂ ਭਾਵ ਇਹ ਹੈ ਵਾਹਿਗੁਰੂ ਦੇ ਗੁਣ, ਉਸ ਦੀਆਂ ਵਡਿਆਈਆਂ ਦਾ ਅਨੁਸਰਨ ਕਰਨਾ।
ਪਰ ਇਹ ਵਡਿਆਈਆਂ ਅਤੇ ਗੀਤ, ਇਹਨਾਂ ਦਾ ਅਨੁਸਰਨ ਕਿਵੇਂ ਕੀਤਾ ਜਾ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਇਕੱਠੇ ਬੈਠੋ। ਭਾਵ ਜਿਸ ਨੂੰ ਅਸੀਂ ਸਤ ਸੰਗਤ ਆਖਦੇ ਹਾਂ, ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ, ਪਰਮੇਸ਼ਰ ਦੇ ਗੁਣਾਂ ਦਾ ਅਨੁਸਰਨ ਕਰੋ, ਉਹਨੂੰ ਗਾਵੋ। ਬਾਣੀ 'ਚ ਇਹ ਉਪਦੇਸ਼ ਸਤਿਗੁਰੂ ਜੀ ਨੇ ਬਹੁਤ ਹੀ ਜਗ੍ਹਾ ਤੇ ਅਸਾਂ ਨੂੰ ਦ੍ਰਿੜ ਕਰਵਾਇਆ ਹੈ। ਸ਼ਾਮ ਨੂੰ ਅਸੀਂ ਜਦੋਂ ਸੋਦਰ ਸਾਹਿਬ ਦੀ ਬਾਣੀ ਦੇ ਜਾਪ ਕਰਦੇ ਹਾਂ, ਉੱਥੇ ਸਤਿਗੁਰੂ ਜੀ ਨੇ ਇਸ ਇਕੱਠ ਨੂੰ, ਜਿਸ ਨੂੰ ਸਤ ਸੰਗਤ ਆਖਿਆ, ਜਿੱਥੇ ਇਕੱਠੇ ਹੋ ਕੇ ਮੰਗਲ ਗਾਉਣ ਦਾ ਜ਼ਿਕਰ ਕੀਤਾ ਹੈ, ਉਹਦੇ ਪ੍ਰਥਾਏ 2 ਬਚਨ ਲਿਖੇ ਹਨ। ਇੱਕ ਬਚਨ ਲਿਖਿਆ ਹੈ, ਜੋ ਸੱਜਣ ਇਸ ਇਕੱਠ ਸਤ ਸੰਗਤ ਦੇ ਅੰਦਰ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਉਹਨਾਂ ਬਾਰੇ। ਅਤੇ ਇੱਕ ਬਚਨ ਲਿਖਿਆ ਹੈ ਉਹਨਾਂ ਬਾਰੇ ਜੋ ਇਸ ਇਕੱਠ ਸਤ ਸੰਗਤ ਦੇ ਅੰਦਰ ਬੈਠ ਕੇ ਵਾਹਿਗੁਰੂ ਦੇ ਗੁਣ ਨਹੀਂ ਗਾਉਂਦੇ। ਦੋਵਾਂ ਬਾਰੇ 2 ਬਚਨ ਸਤਿਗੁਰੂ ਜੀ ਨੇ ਅਲੱਗ-ਅਲੱਗ ਲਿਖੇ ਹਨ। ਸਤਿਗੁਰੂ ਜੀ ਕਹਿੰਦੇ ਹਨ, ਪਹਿਲਾਂ ਉਹਨਾਂ ਬਾਰੇ ਜੋ ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ, ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਕਰਦੇ ਹਨ, ਉਹਨਾਂ ਬਾਰੇ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਉਹ ਸਤ ਸੰਗਤ, ਉਹ ਇਕੱਠ ਧਨ ਹੈ, ਧਨਤਾ ਦੇ ਯੋਗ ਹੈ। ਜਿਤ ਹਰ ਰਸ ਪਾਇਆ, ਜਿਸ ਇਕੱਠ ਵਿੱਚ ਬੈਠ ਕੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਜਾਣ ਲਈਦਾ ਹੈ। ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ। ਨਾਨਕ ਦਾਸ ਇਹ ਗੱਲ ਕਹਿੰਦਾ ਹੈ ਕਿ ਐਸੇ ਇਕੱਠ ਨਾਲ ਮਿਲ ਕੇ, ਐਸੇ ਇਕੱਠ ਵਿੱਚ ਬੈਠ ਕੇ ਮਿਲ ਜਨ ਨਾਨਕ ਨਾਮ ਪਰਗਾਸ। ਐਸੇ ਇਕੱਠ ਵਿੱਚੋਂ ਬੈਠ ਕੇ ਹਿਰਦੇ ਦੇ ਅੰਦਰ ਨਾਮ ਦਾ ਪ੍ਰਗਾਸ ਹੋ ਜਾਂਦਾ ਹੈ। ਦੂਜਾ ਬਚਨ ਸਤਿਗੁਰੂ ਜੀ ਨੇ ਕਿਹਾ ਹੈ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਜਿਹੜੇ ਸਤਿਗੁਰੂ ਦੀ ਸ਼ਰਨ ਸਤ ਸੰਗਤ ਦੇ ਵਿੱਚ ਨਹੀਂ ਆਏ, ਭਾਵ ਇਸ ਇਕੱਠ ਵਿੱਚ ਬੈਠੇ ਨਹੀਂ, ਉਹਨਾਂ ਬਾਰੇ ਗੁਰਦੇਵ ਆਖਦੇ ਨੇ ਤ੍ਰਿਗ ਜੀਵੈ। ਤ੍ਰਿਗ ਦਾ ਭਾਵ ਹੁੰਦਾ ਲਾਹਣਤ, ਤਰਕਾਰ ਯੋਗ, ਲਾਹਣਤ ਯੋਗ। ਐਸਾ ਜੀਵਨ ਤਰਕਾਰ ਯੋਗ ਹੈ, ਲਾਹਣਤ ਯੋਗ ਹੈ। ਤ੍ਰਿਗ ਜੀਵੇ ਤ੍ਰਿਗ ਜੀਵਾਸ। ਤੇ ਐਸਾ ਜੀਣਾ ਤਰਕਾਰ ਯੋਗ ਹੈ, ਲਾਹਣਤ ਯੋਗ ਹੈ। ਸੋ ਜਿਸ ਬਚਨ ਨੂੰ ਮੈਂ ਤੁਹਾਡੇ ਸਾਹਮਣੇ ਸਾਂਝਾ ਕਰਿਆ, ਉਸ ਬਚਨ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਇਹੀ ਪ੍ਰੇਰਨਾ ਅਸਾਂ ਨੂੰ ਦੇ ਰਹੇ ਨੇ। ਆਵੋ ਮੀਤ ਪਿਆਰੇ, ਹੇ ਮਿੱਤਰੇ, ਮੇਰੇ ਮਿੱਤਰੋ ਆਵੋ, ਮੰਗਲ ਗਾਵੋ ਨਾਰੇ। ਆਓ ਆਪਾਂ ਇਕੱਠੇ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੇ ਖੁਸ਼ੀ ਦੇ ਗੀਤ, ਭਾਵ ਉਹਦੇ ਗੁਣਾਂ ਦਾ ਅਨੁਸਰਨ ਕਰੀਏ। ਸੱਚ ਮੰਗਲ ਗਾਵੋ, ਵਾਹਿਗੁਰੂ ਪਰਮੇਸ਼ਰ ਦੇ ਸੱਚੇ ਮੰਗਲ ਗਾਉਣ ਦੇ ਨਾਲ, ਉਸ ਦੇ ਸੱਚੇ ਗੁਣ ਗਾਉਣ ਦੇ ਨਾਲ, ਤਾਂ ਪ੍ਰਭ ਭਾਵੋ, ਅਸੀਂ ਉਸ ਵਾਹਿਗੁਰੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਾਂ। ਉਹਦੀ ਸੋਹਬਤ ਸਾਨੂੰ ਪ੍ਰਾਪਤ ਹੁੰਦੀ ਹੈ। ਸੋਹਿਲੜਾ ਜੁਗ ਚਾਰੇ, ਸੋਹਿਲੜਾ
ਸੋਹਿਲੜਾ ਤੋਂ ਭਾਵ ਇਹ ਸ਼ਬਦ ਬਣਿਆ ਹੈ ਸੋਹਿਲਾ ਤੋਂ। ਸ਼ਾਮ ਦੇ ਵੇਲੇ ਅਸੀਂ ਜਦੋਂ ਸੋਹਿਲਾ ਸਾਹਿਬ ਦੀ ਪਵਿੱਤਰ ਬਾਣੀ ਦਾ ਜਾਪ ਕਰਦੇ ਹਾਂ, ਉਸ ਸੋਹਿਲਾ ਸ਼ਬਦ ਤੋਂ ਹੀ ਬਣਿਆ ਹੈ ਸੋਹਿਲੜਾ। ਸੋਹਿਲਾ ਦਾ ਭਾਵ ਹੈ ਉਹ ਗੀਤ ਜਿਸ ਵਿੱਚ ਵਿਛੋੜੇ ਦਾ ਦਰਦ ਹੈ ਅਤੇ ਮਿਲਾਪ ਦੀ ਖੁਸ਼ੀ ਹੈ। ਅਸਲ 'ਚ ਸੋਹਿਲਾ ਰੂਪੀ ਗੀਤ ਉਸ ਘਰ ਵਿੱਚ ਗਾਇਆ ਜਾਂਦਾ ਸੀ ਜਿਸ ਘਰ ਵਿੱਚ ਘਰ ਵਾਲਿਆਂ ਨੇ ਆਪਣੀ ਧੀ ਦਾ ਆਨੰਦ ਕਾਰਜ ਰੱਖਿਆ ਹੋਇਆ ਹੈ। ਜਿਸ ਘਰ ਵਿੱਚ ਧੀ ਨੂੰ ਆਨੰਦ ਕਾਰਜ ਲਈ ਤਿਆਰ ਕੀਤਾ ਜਾਣਾ ਹੈ ਅਤੇ ਉਸ ਨੂੰ ਵਿਆਹ ਕੇ ਉਹਦੇ ਸਹੁਰੇ ਘਰ ਤੋਰਿਆ ਜਾਣਾ ਹੈ, ਉਸ ਘਰ ਦੇ ਵਿੱਚ ਇਹ ਸੋਹਿਲਾ ਦਾ ਗੀਤ ਗਾਇਆ ਜਾਂਦਾ ਹੈ। ਸਤਿਗੁਰੂ ਜੀ ਨੇ ਇਸ ਨੂੰ ਪਵਿੱਤਰ ਬਾਣੀ ਵਿੱਚ ਉਦਾਹਰਣ ਦੇ ਤੌਰ ਤੇ ਵਰਤਿਆ। ਗੁਰਦੇਵ ਆਖਦੇ ਹਨ, ਜਿਵੇਂ ਸੰਸਾਰਕ ਤੌਰ ਤੇ ਕੋਈ ਮਨੁੱਖ ਆਪਣੀ ਧੀ ਨੂੰ ਆਪਣੇ ਘਰੋਂ ਵਿਆਹ ਕੇ ਤੋਰਦਾ ਹੈ ਤਾਂ ਇੱਕ ਪਾਸੇ ਉਹਦੇ ਅੰਦਰ ਧੀ ਤੋਂ ਵਿਛੜਨ ਦਾ ਦੁੱਖ ਵੀ ਹੈ ਅਤੇ ਦੂਸਰੇ ਪਾਸੇ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਉਸ ਦੀ ਧੀ ਇੱਕ ਨਵੇਂ ਘਰ ਦੇ ਵਿੱਚ ਆਪਣੇ ਜੀਵਨ ਦੀ ਨਵੀਂ ਆਰੰਭਤਾ ਕਰ ਰਹੀ ਹੈ। ਭਾਵ ਉਹ ਗੀਤ ਜਿਸ ਗੀਤ ਅੰਦਰ ਵਿਛੋੜੇ ਦਾ ਦਰਦ ਅਤੇ ਮਿਲਾਪ ਦੀ ਖੁਸ਼ੀ ਹੈ, ਉਹਨੂੰ ਸੋਹਿਲਾ ਕਹਿੰਦੇ ਹਨ। ਇਸੇ ਕਰਕੇ ਸੋਹਿਲੇ ਬਾਣੀ ਦੇ ਪਹਿਲੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਸਾਡੇ ਪਰਿਵਾਰ ਦੀ ਉਹ ਉਦਾਹਰਣ ਵਰਤੀ ਹੈ ਜੋ ਸਾਡੇ ਪਰਿਵਾਰਾਂ ਦੇ ਵਿੱਚ ਅਸਾਂ ਕਰਦੇ ਸਾਂ। ਜਿੱਥੇ ਗੁਰਦੇਵ ਇਹ ਗੱਲ ਕਹਿੰਦੇ ਨੇ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ, ਕਰ ਕਰ ਇਹੋ ਪਾਹੂਚਾ, ਸਦੜੇ ਨਿਤ ਪਵਨ। ਪਾਹੂਚਾ ਦਾ ਭਾਵ ਹੈ ਜਿਵੇਂ ਲੜਕੀ ਵਾਲੇ ਆਪਣੇ ਘਰੋਂ ਲੜਕੇ ਵਾਲੇ ਦੇ ਘਰ ਸ਼ਗਨ ਤੋਰਦੇ ਹਨ, ਉਸ ਨੂੰ ਪਾਹੂਚਾ ਆਖਿਆ ਜਾਂਦਾ ਹੈ। ਤੇ ਲੜਕੇ ਵਾਲੇ ਦੇ ਘਰੋਂ ਲੜਕੀ ਵਾਲੇ ਦੇ ਘਰ ਵੀ ਸ਼ਗਨ ਆਉਂਦਾ ਹੈ ਜਿਸ ਵਿੱਚ ਕੁਝ ਸਮੱਗਰੀ ਆਉਂਦੀ ਹੈ ਤੇ ਉਸ ਸਮੱਗਰੀ ਨੂੰ ਬਾਅਦਾਂ 'ਚ ਉਹ ਵਿਆਹ ਵਾਲੀ ਲੜਕੀ ਨੂੰ ਦਿੱਤਾ ਜਾਂਦਾ ਹੈ, ਉਸ ਨੂੰ ਪਹਿਨਾਇਆ ਜਾਂਦਾ ਹੈ, ਲਾਇਆ ਜਾਂਦਾ ਹੈ। ਉਹਦੇ ਵਿੱਚ ਇੱਕ ਰਸਮ ਇਹ ਵੀ ਹੁੰਦੀ ਹੈ ਕਿ ਉਹ ਵਿਆਹ ਵਾਲੀ ਲੜਕੀ ਨੂੰ ਬਿਠਾ ਕੇ ਉਹਦੇ ਸਿਰ ਦੇ ਵਿੱਚ ਮਾਈਆਂ ਪਾਇਆ ਜਾਂਦਾ ਹੈ, ਜਿਸ ਨੂੰ ਅਸੀਂ ਤੇਲ ਲਾਉਣਾ ਵੀ ਕਹਿੰਦੇ। ਤਾਂ ਗੁਰਦੇਵ ਨੇ ਉਹ ਉਦਾਹਰਣ ਇੱਥੇ ਵਰਤੀ, ਕਹਿੰਦੇ ਮਿਲ ਕਰ ਪਾਵੋ ਤੇਲ। ਮਾਈਆਂ ਪਾਉਣ ਨੂੰ ਉੱਥੇ ਬੀਬੀਆਂ ਇਕੱਠੀਆਂ ਹੋ ਕੇ ਜਦੋਂ ਧੀ ਨੂੰ ਮਾਈਆਂ ਪਾਉਂਦੀਆਂ ਹਨ ਤਾਂ ਉਹ ਜੋ ਗੀਤ ਗਾਉਂਦੀਆਂ ਹਨ ਉਸ ਗੀਤ ਵਿੱਚ ਵਿਛੋੜੇ ਦਾ ਦਰਦ ਵੀ ਹੁੰਦਾ ਹੈ ਤੇ ਮਿਲਾਪ ਦੀ ਖੁਸ਼ੀ ਵੀ ਹੁੰਦੀ ਹੈ। ਸੋ ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ, ਕਹਿੰਦੇ ਸੋਹਿਲੜਾ ਜੁਗ ਚਾਰੇ। ਸੋਹਿਲੜਾ ਦਾ ਭਾਵ ਹੈ ਵਾਹਿਗੁਰੂ ਪਰਮੇਸ਼ਰ ਦਾ ਉਹ ਗੀਤ ਜਿਸ ਗੀਤ ਵਿੱਚ ਵਿਛੋੜੇ ਦਾ ਦਰਦ ਵੀ ਹੈ ਤੇ ਮਿਲਾਪ ਦਾ ਅਹਿਸਾਸ, ਮਿਲਾਪ ਦੀ ਖੁਸ਼ੀ ਵੀ ਹੈ। ਸੋ ਉਹ ਗੀਤ ਹੈ ਵਾਹਿਗੁਰੂ ਦੇ ਗੁਣ, ਵਾਹਿਗੁਰੂ ਦੀ ਉਸਤਤੀ, ਉਹਦੀਆਂ ਵਡਿਆਈਆਂ। ਸੋਹਿਲੜਾ ਜੁਗ ਚਾਰੇ, ਵਾਹਿਗੁਰੂ ਦੇ ਗੁਣ, ਉਹਦੀਆਂ ਵਡਿਆਈਆਂ ਚਾਰ ਯੁਗਾਂ ਵਿੱਚ ਭਾਵ ਹਰ ਸਮੇਂ ਫੈਲੀਆਂ ਹੋਈਆਂ। ਇਹ ਨਹੀਂ ਕਿ ਅੱਜ ਦੇ ਸਮੇਂ 'ਚ ਹੀ ਲੋਕ ਉਹਦੀ ਵਡਿਆਈ ਕਰਦੇ ਨੇ, ਉਹਦੇ ਗੁਣਾਂ ਨੂੰ ਗਾਉਂਦੇ ਨੇ, ਉਹਦੀ ਉਸਤਤੀ ਕਰਦੇ ਨੇ, ਐਸਾ ਨਹੀਂ। ਚਾਰ ਯੁੱਗ ਦਾ ਭਾਵ ਹੈ ਹਰ ਸਮੇਂ, ਆਦ ਵਿੱਚ ਵੀ, ਮੱਧ ਵਿੱਚ ਵੀ ਤੇ ਅੰਤ ਵਿੱਚ ਵੀ। ਸਤਿਗੁਰੂ ਜੀ ਕਹਿੰਦੇ ਹਰ ਵਕਤ ਵਾਹਿਗੁਰੂ ਦੇ ਗੁਣਾਂ ਦਾ ਅਨੁਸਰਣ ਇਸ ਕੁਦਰਤ ਦੇ ਵਿੱਚ ਬੰਦੇ ਲੋਕ ਕਰਦੇ ਰਹੇ ਨੇ। ਆਪਣੇ ਘਰ ਆਇਆ ਥਾਨ ਸੁਹਾਇਆ,
ਕਾਰਜ ਸ਼ਬਦ ਸਵਾਰੀ। ਆਪਣੇ ਘਰ ਆਇਆ, ਆਪਣੇ ਘਰ ਭਾਵ ਇਸ ਸਰੀਰ ਰੂਪੀ ਘਰ 'ਚ ਕੋਈ ਆਇਆ ਹੈ। ਕੌਣ ਆਇਆ? ਅਸੀਂ ਕੱਲ ਵੀ ਵਿਚਾਰਿਆ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਸਾਡੇ ਸਾਹਮਣੇ ਰੱਖਿਆ ਸੀਗਾ, ਹਮ ਘਰ ਸਾਜਨ ਆਏ। ਕਿਹੜੇ ਘਰ ਵਿੱਚ ਕਿਹੜੇ ਸੱਜਣ ਆਏ? ਤਾਂ ਬਾਣੀ ਨੇ ਜ਼ਿਕਰ ਕੀਤਾ ਸੀ, ਸਰੀਰ ਰੂਪੀ ਘਰ 'ਚ ਗੁਣ ਰੂਪੀ ਸੱਜਣ ਆਏ ਹਨ। ਗੁਰਦੇਵ ਇੱਥੇ ਜ਼ਿਕਰ ਕਰਦੇ, ਆਪਣੇ ਘਰ ਆਇਆ, ਥਾਨ ਸੁਹਾਇਆ। ਆਪਣੇ ਘਰ 'ਚ ਆ ਗਿਆ ਭਾਵ ਇਸ ਸਰੀਰ ਰੂਪੀ ਘਰ ਵਿੱਚ ਵਾਹਿਗੁਰੂ ਪਰਮੇਸ਼ਰ ਆਣ ਬੈਠਾ ਹੈ। ਜਿੱਥੇ ਉਹਦੇ ਗੁਣ ਹੋਣਗੇ ਉੱਥੇ ਉਹ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਟਿਕ ਜਾਏਗਾ। ਜਿੱਥੇ ਉਹਦੀ ਬਾਣੀ ਹੋਏਗੀ ਉੱਥੇ ਉਹ ਵਾਹਿਗੁਰੂ ਪਰਮੇਸ਼ਰ ਆ ਕੇ ਟਿਕ ਜਾਏਗਾ। ਤਾਂ ਗੁਰਦੇਵ ਕਹਿੰਦੇ, ਆਪਣੇ ਘਰ ਆਇਆ, ਉਹ ਸਰੀਰ ਰੂਪੀ ਘਰ ਵਿੱਚ ਆ ਗਿਆ, ਮੇਰੇ ਇਸ ਘਰ ਵਿੱਚ ਆ ਗਿਆ। ਥਾਨ ਸੁਹਾਇਆ, ਇਸ ਸਰੀਰ ਰੂਪੀ ਘਰ ਹੁਣ ਬੜਾ ਸੋਹਣਾ ਹੋ ਗਿਆ। ਥਾਨ ਦਾ ਭਾਵ ਹੁੰਦਾ ਟਿਕਾਣਾ, ਜਗ੍ਹਾ। ਇਹ ਸਰੀਰ ਰੂਪੀ ਜਗ੍ਹਾ, ਇਹ ਸਰੀਰ ਰੂਪੀ ਥਾਨ ਜਿਹੜਾ ਹੈ ਹੁਣ ਬੜਾ ਸੋਹਣਾ ਹੋ ਗਿਆ। ਬਾਣੀ ਵਿੱਚ ਸਾਡੇ ਇਸ ਸਰੀਰ ਨੂੰ ਸਤਿਗੁਰ ਨੇ ਭੈੜਾ ਵੀ ਆਖਿਆ ਤੇ ਸਾਡੇ ਇਸ ਸਰੀਰ ਨੂੰ ਪਵਿੱਤਰ ਬਾਣੀ ਵਿੱਚ ਸਤਿਗੁਰੂ ਜੀ ਨੇ ਸੋਹਣਾ ਵੀ ਆਖਿਆ। ਭੈੜਾ ਕਿੱਥੇ ਆਖਿਆ ਇਹ ਵੀ ਵਿਚਾਰਨਯੋਗ ਹੈ, ਤੇ ਸੋਹਣਾ ਜਿੱਥੇ ਆਖਿਆ ਇਹ ਵੀ ਵਿਚਾਰਨਯੋਗ ਹੈ। ਸਤਿਗੁਰੂ ਜੀ ਬਾਣੀ 'ਚ ਸਰੀਰ ਨੂੰ ਜਦੋਂ ਭੈੜਾ ਆਖਦੇ ਹਨ ਕਿ ਇਹ ਬੜਾ ਬਦ ਇਕਲਾਕ ਹੋ ਗਿਆ ਹੈ, ਇਹ ਬੜਾ ਬਦ ਇਜ਼ਾਤ ਹੋ ਗਿਆ ਹੈ, ਤਾਂ ਸਤਿਗੁਰੂ ਜੀ ਉੱਥੇ ਕੁਝ ਗੱਲਾਂ ਦਾ ਜ਼ਿਕਰ ਕਰਦੇ ਹਨ ਕਿ ਇਹ ਸਰੀਰ ਦੇ ਵਿੱਚ ਕੁਝ ਗੱਲਾਂ ਐਸੀਆਂ ਆ ਗਈਆਂ ਹਨ ਜਿਸ ਕਰਕੇ ਮੈਨੂੰ ਕਹਿਣਾ ਪਿਆ ਕਿ ਇਹ ਸਰੀਰ ਭੈੜਾ ਹੋ ਗਿਆ। ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਜਿੱਥੇ ਸਤਿਗੁਰ ਨੇ ਇਸ ਸਰੀਰ ਨੂੰ ਭੈੜਾ ਆਖਿਆ ਕਿ ਇਹ ਸਰੀਰ ਭੈੜਾ ਹੋ ਗਿਆ, ਬਦਜ਼ਾਤ ਹੋ ਗਿਆ, ਉਹ ਬਚਨ ਹੈ ਸਤਿਗੁਰੂ ਜੀ ਦਾ। ਸਤਿਗੁਰੂ ਜੀ ਕਹਿੰਦੇ, ਜਿਵੇਂ ਇੱਕ ਪੰਛੀ ਦੇ ਪੰਖ ਕੱਟ ਦਿੱਤੇ ਜਾਣ ਤਾਂ ਉਹਦਾ ਸਰੀਰ ਨਕਾਰਾ ਹੋ ਜਾਂਦਾ ਹੈ। ਇੱਕ ਗਾਂ ਦੁੱਧ ਦੇਣਾ ਬੰਦ ਕਰ ਦੇ ਤੇ ਸਮਝ ਲਓ ਉਹ ਨਕਾਰਾ ਹੋ ਗਈ ਹੈ। ਦੁੱਧ ਬਿਨ ਤੇਨ, ਦੁੱਧ ਤੋਂ ਬਿਨਾ ਗਾਂ ਨਕਾਰਾ ਹੈ, ਅਸੀਂ ਉਹਨੂੰ ਫੰਡਾ ਰੱਖਦੇ ਹਾਂ। ਦੁੱਧ ਬਿਨ ਤੇਨ, ਪੰਖ ਬਿਨ ਪੰਖੀ। ਜੇ ਕਿਸੇ ਪੰਖੀ ਦੇ ਪੰਖ ਕੱਟ ਦਿੱਤੇ ਜਾਣ ਤੇ ਉਹ ਨਕਾਰਾ ਹੈ, ਉਹ ਕਿਸੇ ਕੰਮ ਦਾ ਨਹੀਂ। ਦੁੱਧ ਬਿਨ ਤੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਪੁਜ ਕਾਮ ਨਾਹੀ। ਪਾਣੀ ਤੋਂ ਬਿਨਾ ਕੋਈ ਵੀ ਰੁੱਖ ਹੈ ਦੁਨੀਆ ਦਾ, ਉਹ ਨਕਾਰਾ ਹੋ ਜਾਂਦਾ ਹੈ। ਉਹਦੀਆਂ ਪੱਤੀਆਂ, ਉਸ ਦੇ ਫੁੱਲ, ਉਹਦੀਆਂ ਟਾਹਣੀਆਂ, ਉਹਦੀਆਂ ਡਾਲਾਂ, ਇੱਥੋਂ ਤੱਕ ਕਿ ਉਹਦੀ ਜੜ ਵੀ ਪਾਣੀ ਤੋਂ ਬਿਨਾ ਸੁੱਕ ਜਾਂਦੀ ਹੈ, ਸੜ ਜਾਂਦੀ ਹੈ, ਮਰੰਡ ਹੋ ਜਾਂਦੀ ਹੈ। ਸਤਿਗੁਰੂ ਦੀ ਆਖਦੇ, ਜਲ ਬਿਨ, ਪਾਣੀ ਤੋਂ ਬਿਨਾ, ਖੁਰਾਕ ਤੋਂ ਬਿਨਾ, ਦੁੱਧ ਬਿਨ ਤੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਪੁਜ ਕਾਮ ਨਾਹੀ। ਕਿਆ ਸੁਲਤਾਨ ਸਲਾਮ ਵਿਹੂਣਾ। ਸੁਲਤਾਨ ਕਹਿੰਦੇ ਨੇ ਬਾਦਸ਼ਾਹ ਨੂੰ, ਕਹਿੰਦੇ ਕਹਿਣ ਨੂੰ ਕੋਈ ਬਾਦਸ਼ਾਹ ਹੋਵੇ, ਰਾਜਾ ਹੋਵੇ, ਪਰ ਉਸ ਨੂੰ ਕੋਈ ਸਲਾਮ ਨਾ ਕਰੇ, ਉਹਦੇ ਆਖੇ 'ਚ, ਉਹਦੇ ਕਹਿਣ 'ਚ ਕੋਈ ਬੰਦਾ ਨਾ ਹੋਵੇ, ਉਹ ਕਾਹਦਾ ਬਾਦਸ਼ਾਹ? ਉਹ ਤੇ ਨਕਾਰਾ ਹੈ, ਉਹ ਤੇ ਕਿਸੇ ਕੰਮ ਦਾ ਨਹੀਂ। ਹੋਵੇ ਬਾਦਸ਼ਾਹ, ਕਿਹਾ ਇਹ ਜਾ ਰਿਹਾ ਹੈ ਕਿ ਇਹ ਬਾਦਸ਼ਾਹ ਹੈ, ਇਹ ਰਾਜਾ ਹੈ, ਪਰ ਉਹਦੇ ਕਹਿਣੇ 'ਚ ਕੋਈ ਨਾ ਹੋਵੇ, ਪਾਤਸ਼ਾਹ ਕਹਿੰਦੇ ਉਹ ਕਾਹਦਾ ਰਾਜਾ?
4 ਗੱਲਾਂ ਕਹੀਆਂ। ਕਹਿੰਦੇ ਦੁੱਧ ਤੋਂ ਬਿਨਾ ਗਾਂ ਨਕਾਰਾ, ਪੰਖਾਂ ਤੋਂ ਬਿਨਾ ਪੰਖੀ ਨਕਾਰਾ, ਪਾਣੀ ਤੋਂ ਬਿਨਾ ਰੁੱਖ ਨਕਾਰਾ, ਤੇ ਸਲਾਮ ਤੋਂ ਹਕੂਮਤ ਤੋਂ ਬਿਨਾ ਰਾਜਾ ਨਕਾਰਾ। ਯਾਦ ਰੱਖੀ, ਜੇ ਇਸ ਸਰੀਰ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਤੇ ਨਾਮ ਤੋਂ ਬਿਨਾ ਇਹ ਸਰੀਰ ਵੀ ਨਕਾਰਾ। ਬਚਨ ਸਾਰਾ ਹੈ ਸਤਿਗੁਰੂ ਦਾ। ਦੁੱਧ ਬਿਨ ਤੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ, ਕਿਆ ਸੁਲਤਾਨ ਸਲਾਮ ਮਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਕੋਠੀ ਦਾ ਭਾਵ ਹੈ ਸਰੀਰ। ਇਹ ਸਰੀਰ ਅੰਨਾ ਹੈ, ਭਾਵ ਨਕਾਰਾ ਹੈ, ਕਿਸੇ ਕੰਮ ਦਾ ਨਹੀਂ ਹੈ ਜੇ ਇਸ ਵਿੱਚ ਵਾਹਿਗੁਰੂ ਦਾ ਨਾਮ ਨਹੀਂ। ਸੋ ਮੈਂ ਬਚਨ ਸਾਂਝਾ ਕਰ ਰਿਹਾ ਸਾਂ, ਸਤਿਗੁਰ ਨੇ ਇਸ ਸਰੀਰ ਨੂੰ ਬਦ ਜ਼ਾਤ ਵੀ ਕਿਹਾ, ਨਕਾਰਾ ਵੀ ਆਖਿਆ, ਤੇ ਇਸ ਹੀ ਸਰੀਰ ਨੂੰ ਆਖਿਆ ਬੜਾ ਸੋਹਣਾ। ਪਰ ਕਿੱਥੇ ਆਖਿਆ ਕਿ ਇਹ ਨਕਾਰਾ ਹੈ, ਬਦ ਜ਼ਾਤ ਹੈ, ਚੰਗਾ ਨਹੀਂ? ਜਿੱਥੇ ਇਸ ਸਰੀਰ ਵਿੱਚ ਵਾਹਿਗੁਰੂ ਦਾ ਨਾਮ ਨਹੀਂ। ਤੇ ਜਿੱਥੇ ਵਾਹਿਗੁਰੂ ਦਾ ਨਾਮ ਟਿਕਿਆ, ਜਿਸ ਸਰੀਰ ਵਿੱਚ ਵਾਹਿਗੁਰੂ ਦਾ ਨਾਮ ਟਿਕਿਆ ਹੈ, ਕਿਤੇ ਬਾਬਾ ਕਬੀਰ ਸਾਹਿਬ ਨੂੰ ਪੁੱਛ ਕੇ ਵੇਖੋ, ਉਹਨਾਂ ਦਾ ਬਚਨ ਆਪਣੇ ਧਿਆਨ 'ਚ ਲਿਆ ਕੇ ਆਓ। ਕਹਿੰਦੇ ਜਿਸ ਸਰੀਰ ਦੇ ਵਿੱਚ ਵਾਹਿਗੁਰੂ ਦਾ ਨਾਮ ਟਿਕਿਆ ਹੋਇਆ ਹੈ, ਕਹਿੰਦੇ ਉਹ ਸਰੀਰ ਤੇ ਇੰਨਾ ਕੁ ਭਾਗਾਂ ਵਾਲਾ ਹੈ, ਇੰਨਾ ਕੁ ਕਰਮਾਂ ਵਾਲਾ ਹੈ, ਇੰਨਾ ਕੁ ਚੰਗਾ ਹੈ ਕਿ ਕਿਤੇ ਮੈਨੂੰ ਉਹ ਸਰੀਰ ਮਿਲ ਜਾਏ, ਮੈਂ ਆਪਣੇ ਤਨ ਦਾ ਚੰਮ ਕਟਵਾ ਕੇ ਤੇ ਉਹਦੇ ਪੈਰਾਂ ਦੇ ਵਾਸਤੇ ਜੁੱਤੀ ਬਣਵਾ ਦੇਵਾਂਗਾ। ਬਾਬਾ ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਮੇਰੇ ਤਨ ਕੋ, ਕਹਿੰਦੇ ਮੇਰੇ ਤਨ ਦਾ ਜਿਹੜਾ ਚੰਮ ਹੈ, ਉਹਦੇ ਪੈਰਾਂ ਦੀ ਪਨਹੀ ਬਣ ਜਾਏ, ਉਹਦੇ ਪੈਰਾਂ ਦਾ ਜੋੜਾ ਬਣ ਜਾਏ, ਜੁੱਤੀ ਬਣ ਜਾਏ, ਜਿਹੜਾ ਵਾਹਿਗੁਰੂ ਦੇ ਰੰਗ ਵਿੱਚ ਉਹਦੀ ਲੀਲਾ ਦੇ ਵਿੱਚ ਰਚਿਆ ਹੋਇਆ। ਕਿੰਨਾ ਫਰਕ ਹੈ, ਕਿੰਨਾ ਅੰਤਰ ਹੈ। ਤੁਸੀਂ ਵੇਖੋ, ਇੱਕ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਿਖਿਆ, ਉਹ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਕੀ। ਕਹਿੰਦੇ ਉਸ ਸਰੀਰ ਦੀ ਮੈਂ ਧੂੜੀ ਲੋਚਦਾ ਹਾਂ। ਕਿਹੜੇ ਸਰੀਰ ਦੀ? ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ। ਜਿਹੜਾ ਗੁਰਸਿੱਖ ਜਿਸ ਸਰੀਰ ਦੇ ਨਾਲ ਵਾਹਿਗੁਰੂ ਦਾ ਨਾਮ ਜਪ ਰਿਹਾ, ਆਪ ਜਪੈ ਅਵਰਾਂ ਨਾਮ ਜਪਾਵੈ। ਸੋ ਦੋ ਗੱਲਾਂ ਨੇ। ਇੱਕ ਬੰਨੇ ਗੁਰਦੇਵ ਕਹਿੰਦੇ ਨੇ ਸਰੀਰ ਨਕਾਰਾ ਹੈ, ਕਿਸੇ ਕੰਮ ਦਾ ਨਹੀਂ, ਪਰ ਕਿੱਥੇ? ਜਿੱਥੇ ਆਖਦੇ ਨੇ ਸਰੀਰ 'ਚ ਨਾਮ ਨਹੀਂ। ਤੇ ਜਿੱਥੇ ਗੁਰਦੇਵ ਕਹਿੰਦੇ ਨੇ ਸਰੀਰ 'ਚ ਨਾਮ ਟਿਕਿਆ ਹੋਇਆ, ਉੱਥੇ ਕਹਿੰਦੇ ਨੇ ਇਹੋ ਜਿਹੇ ਸਰੀਰ ਦੇ ਪੈਰਾਂ ਦੀ ਕਿਤੇ ਧੂੜ ਵੀ ਮਿਲ ਜਾਏ ਤੇ ਮੈਂ ਚੁੱਕ ਕੇ ਆਪਣੇ ਮੱਥੇ ਤੇ ਲਾ ਲਵਾਂ। ਇਹੋ ਜਿਹੇ ਸਰੀਰ ਦੀ ਖਾਤਰ ਤੇ ਮੈਂ ਆਪਣੇ ਤਨ ਦਾ ਚੰਮ ਵਡਵਾ ਕੇ ਜੁੱਤੀ ਬਣਵਾ ਦੇਵਾਂ, ਜੋੜਾ ਬਣਵਾ ਦੇਵਾਂ, ਕਿ ਇਹੋ ਜਿਹੇ ਸਰੀਰ ਨੂੰ ਮੇਰੇ ਤਨ ਦੇ ਚੰਮ ਦਾ ਜੋੜਾ ਕਿਤੇ ਲੱਗ ਜਾਏ। ਕਿੰਨਾ ਫਰਕ ਹੈ। ਸੋ ਸਤਿਗੁਰੂ ਜੀ ਨੇ ਉਹੀ ਜ਼ਿਕਰ ਇੱਥੇ ਕੀਤਾ। ਗੁਰਦੇਵ ਕਹਿੰਦੇ ਨੇ, ਕਹਿੰਦੇ ਥਾਨ ਸੁਹਾਇਆ। ਇਹ ਸਰੀਰ ਰੂਪੀ ਥਾਨ ਹੁਣ ਬੜਾ ਚੰਗਾ ਹੋ ਗਿਆ। ਕਾਰਜ ਸ਼ਬਦ ਸਵਾਰੇ। ਇਹ ਸਾਰੇ ਕਾਰਜ ਕਿਹਨੇ ਸਵਾਰੇ ਨੇ? ਸ਼ਬਦ ਨੇ ਸਵਾਰੇ ਨੇ। ਇਹ ਸ਼ਬਦ ਹੀ ਬਰਕਤ ਹੈ, ਸ਼ਬਦ ਦੀ ਹੀ ਇਹ ਵਡਿਆਈ ਹੈ ਕਿ ਸ਼ਬਦ ਨਾਲ ਹੀ ਮੇਰੇ ਅੰਦਰ ਇਹ ਸਾਰਾ ਪਰਿਵਰਤਨ ਆਇਆ। ਗਿਆਨ ਮਹਾਰਸ ਨੇਤਰੀ ਅੰਜਨ। ਸ਼ਬਦ ਵਿੱਚੋਂ ਜੋ ਗਿਆਨ ਮੈਨੂੰ ਮਿਲਿਆ, ਸ਼ਬਦ ਗਿਆਨ ਦਾ ਸੋਮਾ ਹੈ, ਸ਼ਬਦ ਗਿਆਨ ਦਾ ਭੰਡਾਰ ਹੈ, ਸ਼ਬਦ ਗਿਆਨ ਦਾ ਮੁਜੱਸਮਾ ਹੈ। ਉਸ ਸ਼ਬਦ ਦੇ ਵਿੱਚੋਂ, ਜਿਸ ਨੂੰ ਅਸੀਂ ਬਾਣੀ ਆਖਦੇ ਹਾਂ, ਗੁਰਬਾਣੀ ਆਖਦੇ ਹਾਂ, ਉਸ ਸ਼ਬਦ ਦੇ ਵਿੱਚੋਂ ਮੈਨੂੰ ਗਿਆਨ ਮਿਲਿਆ, ਗਿਆਨ ਦਾ ਰਸ ਮਿਲਿਆ। ਗੁਰਦੇਵ ਜ਼ਿਕਰ ਕਰਦੇ, ਗਿਆਨ ਮਹਾਰਸ ਨੇਤਰੀ ਅੰਜਨ।
ਸ਼ਬਦ ਵਿੱਚੋਂ ਮੈਨੂੰ ਗਿਆਨ ਦਾ ਮਹਾਂ ਰਸ ਮਿਲਿਆ, ਭਾਵ ਸ਼ਬਦ ਵਿੱਚੋਂ ਮੈਨੂੰ ਰਸ ਆਉਣ ਲੱਗਾ। ਨੇਤਰੀ ਅੰਜਨ, ਮੇਰੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪੈ ਗਿਆ। ਅੰਜਨ ਦਾ ਭਾਵ ਹੁੰਦਾ ਸੁਰਮਾ। ਜਿਵੇਂ ਅੱਜ ਤੇ ਬਹੁਤ ਘੱਟ ਹੈ, ਪਹਿਲਾਂ ਜਦੋਂ ਸਾਡੇ ਕਿਸਾਨ ਭਰਾ, ਵਪਾਰੀ ਭਰਾ ਆਪਣੇ ਕਾਰਜ ਕਰਿਆ ਕਰਦੇ ਸਨ ਤਾਂ ਰਸਤੇ ਕੱਚੇ ਹੋਣ ਕਰਕੇ ਆਮ ਕਰਕੇ ਧੂੜ ਮਿੱਟੀ ਅੱਖਾਂ 'ਚ ਪੈ ਜਾਇਆ ਕਰਦੀ ਸੀ, ਤੇ ਘਰਾਂ ਦੇ ਵਿੱਚ ਬੀਬੀਆਂ ਆਪਣੇ ਹੱਥ ਦੇ ਨਾਲ, ਸਿਲ ਵੱਟੇ ਦੇ ਨਾਲ ਸੁਰਮਾ ਪੀ ਕੇ ਰੱਖਦੀਆਂ ਸਨ। ਸ਼ਾਮ ਨੂੰ ਜਦੋਂ ਘਰ ਦੇ ਕਮਾਊਆਂ ਨੇ ਘਰੇ ਆਉਣਾ ਤੇ ਉਹਨਾਂ ਨੇ ਆਪਣੀਆਂ ਅੱਖਾਂ ਦੇ ਵਿੱਚ ਉਹ ਸੁਰਮਾ ਪਾਉਣਾ, ਜਿਸ ਨਾਲ ਅੱਖਾਂ ਦੇ ਵਿੱਚੋਂ ਪਿਆ ਹੋਇਆ ਘੱਟਾ, ਮਿੱਟੀ, ਮੈਲ ਪਾਣੀ ਦੇ ਰਾਹੀਂ ਉਸ ਸੁਰਮੇ ਕਾਰਨ ਨਿਕਲ ਜਾਂਦੀ। ਉਹ ਉਦਾਹਰਨ ਸਤਿਗੁਰ ਨੇ ਵਰਤੀ ਇੱਥੇ। ਅੱਜ ਉਹ ਪ੍ਰਚਲਨ ਬੜਾ ਘੱਟ ਹੈ, ਪਰ ਪਹਿਲਾਂ ਸਾਡੇ ਘਰਾਂ 'ਚ ਆਮ ਬੀਬੀਆਂ ਆਪਣੇ ਹੱਥਾਂ ਨਾਲ ਸੁਰਮਾ ਪੀਂਦੀਆਂ ਸਨ ਤੇ ਘਰ ਦੇ ਜੀ ਆਪ ਆਪਣੇ ਹੱਥਾਂ ਨਾਲ ਪਾਇਆ ਕਰਦੇ ਸਨ, ਕਿਉਂਕਿ ਧੂੜ ਮਿੱਟੀ ਦੇ ਵਿੱਚ ਸਾਰਾ ਦਿਨ ਗੁਜ਼ਰਦਾ ਸੀ। ਅੱਖਾਂ ਧੂੜ ਮਿੱਟੀ ਮੈਲ ਦੇ ਨਾਲ ਭਰ ਜਾਂਦੀਆਂ ਸਨ। ਸੋ ਗੁਰਦੇਵ ਕਹਿੰਦੇ ਗਿਆਨ ਮਹਾਰਸ, ਸ਼ਬਦ ਵਿੱਚੋਂ ਮੈਨੂੰ ਗਿਆਨ ਦਾ ਰਸ ਆਇਆ। ਨੇਤਰੀ ਅੰਜਨ, ਤੇ ਸ਼ਬਦ ਨੇ ਹੀ ਮੇਰੀਆਂ ਅੱਖਾਂ ਦੇ ਵਿੱਚ ਸੁਰਮਾ ਪਾ ਦਿੱਤਾ, ਭਾਵ ਮੇਰੀਆਂ ਅੱਖਾਂ ਚੋਂ ਮੈਲ ਕੱਢ ਦਿੱਤੀ ਹੈ। ਮੈਨੂੰ ਚਾਨਣ ਹੋ ਗਿਆ, ਸਾਫ਼ ਦਿਖਣ ਲੱਗਿਆ। ਗਿਆਨ ਮਹਾਰਸ ਨੇਤਰੀ ਅੰਜਨ, ਤ੍ਰਿਭਵਨ ਰੂਪ ਦਿਖਾਇਆ। ਤ੍ਰਿਭਵਨ ਪਰਮੇਸ਼ਰ ਦਾ ਰੂਪ ਮੈਨੂੰ ਕੁਦਰਤ ਦੇ ਵਿੱਚ ਨਜ਼ਰ ਆਉਣ ਲੱਗ ਪਿਆ। ਸਖੀ ਮਿਲੋ ਰਸ ਮੰਗਲ ਗਾਵੋ, ਹੇ ਸਖੀਓ, ਹੇ ਸਤ ਸੰਗੀ ਜਨੋ, ਆਵੋ ਮਿਲ ਕੇ ਮੰਗਲ ਗਾਵੋ। ਵਾਹਿਗੁਰੂ ਦੇ ਖੁਸ਼ੀ ਦੇ ਗੀਤ ਗਾਈਏ, ਉਹਦੇ ਗੁਣਾਂ ਨੂੰ ਗਾਈਏ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਏ। ਮੇਰੇ ਇਸ ਸਰੀਰ ਰੂਪੀ ਘਰ ਦੇ ਵਿੱਚ ਵਾਹਿਗੁਰੂ ਦੇ ਗੁਣ ਸੱਜਣ ਬਣ ਕੇ, ਮਿੱਤਰ ਬਣ ਕੇ ਟਿਕ ਗਏ ਹਨ। ਮੇਰੇ ਇਸ ਸਰੀਰ ਰੂਪੀ ਘਰ ਦੇ ਵਿੱਚ ਵਾਹਿਗੁਰੂ ਦੇ ਗੁਣ ਆ ਵਸੇ ਹਨ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਬਦ ਦੇ ਦੂਸਰੇ ਬੰਦ ਅੰਦਰ ਇਹ ਉਪਦੇਸ਼ ਅੱਜ ਅਸਾਂ ਨੂੰ ਦ੍ਰਿੜ ਕਰਵਾਇਆ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਗੁਰੂ ਬਖਸ਼ੰਦ ਪਿਤਾ ਬਖਸ਼ਣਹਾਰ ਸਾਨੂੰ ਬਖਸ਼ ਦੇਵੇ। ਗੱਜ ਵੱਜ ਕੇ ਕਹਿਣਾ ਜੀਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ